सबब कह लो या ये बहुत मैं तो बहुत देर तो लगे हुए सी, पर ਜਿਹੜੇ ਸਾਡੇ ਸੀਨੀਅਰ ਬੈਠੇ ਆ ਇਹਨਾਂ ਨੂੰ ਪਹਿਲਾਂ ਤਾਂ ਅਪਰੋਚ ਬੜਾ ਔਖਾ ਕਰਨਾ, ਲੱਭਦੇ ਨੇ ਗੁੰਮਨਾਮ ਜ਼ਿਆਦਾ। ਉਹ ਇਹਨਾਂ ਦੀ ਆਪਣੀ ਦੁਨੀਆ ਹੁੰਦੀ ਹੈ, ਉਹਦੇ 'ਚ ਰਹਿਣਾ ਜ਼ਿਆਦਾ। ਤੋ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਅਸੀਂ ਤਾਂ ਬਹੁਤ ਦੇਰ ਤੋਂ ਲੱਗੇ ਹੋਏ ਆ, ਪਰ ਇਹਨੂੰ ਫਿਰ ਜਿਹੜਾ ਅਮਲੀ ਜਾਮਾ ਉਹ ਲੇਟ ਥੋੜ੍ਹਾ ਜਿਹਾ ਵਕਤ ਲੱਗ ਗਿਆ। ਜਿੱਦਾਂ ਇੱਥੇ ਪੁੱਛਿਆ ਸੀ ਵੀਰ ਨੇ, ਤੋ ਮੈਂ ਤਾਂ ਬਹੁਤ ਦੇਰ ਤੋਂ ਲੱਗਿਆ। ਬਾਕੀ ਆਪਾਂ ਕੀ ਕਰਾਂਗੇ ਇਹ ਕਹਿਣ ਦੀ ਲੋੜ ਨਹੀਂ ਹੁੰਦੀ। ਤੁਹਾਡੇ ਕੋਲ ਸਵਾਲ ਹਰ ਵੇਲੇ ਹੀ ਹੈ, ਕੱਲ੍ਹ ਨੂੰ ਕੋਈ ਗੁਸਤਾਖੀ ਕਰਾਂਗੇ ਤਾਂ ਤੁਸੀਂ ਫੜ ਲਓਗੇ ਬਾਹਰ ਤੋਂ। ਇਸ ਕਰਕੇ ਅੰਦੋਲਨ ਤੋਂ ਬਾਅਦ ਬਹੁਤ ਸੱਜਣ ਰਾਬਤਾ ਕਰਦੇ ਆ, ਔਰ ਉਹਦਾ ਖੁਲਾਸਾ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਚੀਜ਼ਾਂ ਪਰਦੇ 'ਚ ਰਹਿਣੀਆਂ ਚਾਹੀਦੀਆਂ। ਸੋ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਕਿ ਜੇ ਇਸ ਤਰ੍ਹਾਂ ਦੀ ਕਮਿਟਮੈਂਟ ਤੋਂ ਭੱਜਣਾ ਹੁੰਦਾ, ਸ਼ਾਇਦ ਇਸ ਅੰਦੋਲਨ ਤੋਂ ਬਾਅਦ ਤਾਂ ਬਹੁਤ ਵੱਡੀਆਂ ਕੁਰਸੀਆਂ ਮਿਲਦੀਆਂ ਸੀ। ਆਪਾਂ ਨਹੀਂ ਜਾਣਾ ਚਾਹੁੰਦੇ ਉੱਤੇ। ਸੋਸਾਇਟੀ ਦਾ ਦੁਨੀਆ ਤੁਸੀਂ ਹੋ ਜਾਂ ਸਾਡੇ ਲੋਕ ਆ, ਕੁਰਸੀ ਅਹਿਮ ਨਹੀਂ ਹੁੰਦੀ, ਲੋਕ ਅਹਿਮ ਹੁੰਦੇ। ਇਹੀ ਇਸ ਮੰਚ ਦਾ ਕਹਿਣਾ ਹੈ ਕਿ ਲੋਕ ਅਹਿਮ ਹੈ, ਆਵਾਮ ਅਹਿਮ ਹੈ, ਔਰ ਸਿਆਸਤਦਾਨ ਤੁਹਾਡੇ ਹਿਸਾਬ ਨਾਲ ਚੱਲਣ। ਸਾਡਾ ਇਹੀ ਮੰਤਵ ਹੈ, ਹੋਰ ਕੋਈ ਤੁਹਾਡੇ ਮੂਹਰੇ ਸੱਜ ਕੇ ਬੈਠਣ ਦਾ ਕੋਈ ਮੰਤਵ ਨਹੀਂ। ਔਰ ਕਮਿਟਮੈਂਟ ਤੁਸੀਂ ਦੇਖਦੇ ਜਾਓਗੇ, ਜਿਵੇਂ ਜਿਵੇਂ ਚੱਲੀ ਜਾਊਗਾ, ਵਕਤ ਗੁਜ਼ਰਦਾ ਜਾਊਗਾ, ਅਸੀਂ ਤੁਹਾਡੇ ਸਾਹਮਣੇ ਹੋਵਾਂਗੇ। ਸਰ ਥੋੜ੍ਹੀ ਦੇਰ ਪਹਿਲਾਂ ਆਪਾਂ ਪੋਲੀਟੀਕਲ ਸਪੈਕਟਰਮ ਦੀ ਗੱਲ ਕਰ ਰਹੇ ਸੀ। ਈਵਨ ਦੋ ਕਿਸਾਨੀ ਅੰਦੋਲਨ 'ਚ ਆਪਣੀ ਜਿੱਤ ਹੋਈ ਹੈ, ਪਰ ਫਿਰ ਵੀ ਜੇ ਆਪਾਂ ਆਪਣੇ ਪੋਲੀਟੀਸ਼ੀਅਨਸ ਦੀ ਗੱਲ ਕਰੀਏ, ਕਿੱਥੇ ਤਾਂ ਇੰਨੇ ਇੰਪੋਰਟੈਂਟ ਮੁੱਦੇ ਆ ਪੰਜਾਬ ਦੇ, ਵੱਧ ਸਾਰੇ ਵੀ ਸਪੋਰਟਸ, ਐਜੂਕੇਸ਼ਨ, ਰੁਜ਼ਗਾਰੀ ਦੀ ਗੱਲ ਕਰ ਲਓ, ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਆਪਣੀ ਸਰਪੰਚੀ ਲਈ ਲੜੀ ਜਾਂਦੇ ਆ। ਤੁਹਾਨੂੰ ਕੀ ਲੱਗਦਾ ਹੈ ਅੱਜ ਦੇ ਜਿਹੜੇ ਪੰਜਾਬ ਦੇ ਹਾਲਾਤ ਹੈ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? हाँ रमनिंदर जी, तुसी भी इस तो बाद इसका भी, पर एक आज जो असी आए हैं ना, इसे लिए लैके आए हैं कि नंबरदारी या सरपंची लिए ना लड़ो, मुद्दों की गल करो। फिर सरपंच जड़ा मर्जी बन जाए फिर नहीं मसला का, फिर भला भाजी होरां नूं बना दो, भला थोनू बना दो, किसी नूं भी बना दो। सरपंच बनो, नंबरदार बनो, पर मुद्दों के नाल बनो। प्रॉब्लम यह है कि मुद्दों तो बिना बनना चाहते हैं। इसे लिए असी एजेंडे की गल करना चाहते कि जो एक गर्द उठी हुई है ना, जो अरबत नरबत धंधूकारा मचिया होया है, इस उठी हुई गर्द दे विच असी आपदा टट्टू ना भजाइए। जो बब्बू ने कहा कि मुख्यमंत्री बन जाओ, मंत्री बन जाओ, असी एजेंडा लैके आइए। साडे सारियां कोले बहुत लोग आउंदे ने एवरीडे, क्योंकि उन्हां दा आपदा पब्लिक दे विच विचरना मुश्किल हो गया है। साडे आसरे अगे जाना चाहुंदे ने, तां असी कहा भाई ਅਸੀਂ ਥੋੜੀ ਉਹ ਲਾਠੀ ਜੋ ਭਾਜੀ ਹੋਰਾਂ ਨੇ ਕਿਹਾ ਸੀ ਕਿ ਆਉਂਦੇ ਨੇ ਲੈ ਕੇ ਆ ਜਾਂਦੇ ਨੇ। ਗੁੱਲ ਨੇ ਜਵਾਬ ਦਿੱਤਾ ਸੀ ਕਿ ਜਦੋਂ ਅਸੀਂ ਮੁੱਦੇ ਦੀ ਗੱਲ ਕਰਦੇ ਫਿਰ ਉਹਨਾਂ ਨੂੰ ਲੱਗਦਾ ਇਹ ਕਿਉਂ ਕਰ ਰਹੇ ਹੋ, ਕਿਉਂਕਿ ਅਸੀਂ ਤਾਂ ਮੁੱਦੇ ਦੀ ਗੱਲ ਕਰਨੀ ਹੀ ਨਹੀਂ। ਅਸੀਂ ਕਰਾਂਗੇ ਔਰ ਹਰ ਮੁੱਦੇ ਦੀ ਗੱਲ ਕਰਾਂਗੇ। ਜਿਹੜੀ ਤੁਸੀਂ ਨਹੀਂ ਵੀ ਪੁੱਛੀ ਅਸੀਂ ਉਹ ਵੀ ਲਿਖੀ ਹੈ ਤੇ ਅੱਗੇ ਵੀ ਲਿਖਾਂਗੇ ਕਿ ਇਹਦੇ ਤੇ ਆ बात इधर उधर की ना कर, ये बता ये काफिला लुटा क्यों। काफिला ये हिंदुस्तान है, पंजाब है साडा, ਜਿਹੜਾ ਸਭ ਤੋਂ ਮੋਹਰੀ ਹੁੰਦਾ ਸੀ, जिथे अज अस्से वर्गे मुंडे नजर आते होंगे सी, उत्थे अज नशे की गल हो रही है और असीं सरपंचियां लई लड़ रहे हैं। किहो जिहियां पार्टियां जिहड़ियां कह रही ने कि तुहानूं बाहर जाण दे लई लोन देवांगे, तुहानूं बाहर जाण लई आईलैट कोर्स करावांगे, मैं तुसीं पंजाब चों पलायन कराउणा चाहुंदे हो मुंडिਆਂ दा। जदों उन्हां ने पे बैक करना हुंदा बाहर चले जाण। की असीं इहदा नूं एटमोसफीयर नहीं दे सकते जिहदे च ओह इत्थे रहना पसंद करन? ये जिम्मेदारी किहदी है? ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਅਸੀਂ ਧਿਆਨ ਦੇ ਰਹੇ ਹਾਂ ਇੱਧਰਲੇ ਪਾਸੇ। ਤੁਸੀਂ ਵੀ ਨਾਲ ਜੁੜੇ ਹੋ, ਹੱਥ ਨੂੰ ਹੱਥ ਹੁੰਦਾ ਹੈ। ਔਰ ਫਿਰ ਜਿਵੇਂ ਸਾਰਿਆਂ ਨੇ ਕਿਹਾ ਆਵਾਜ਼ੇ ਖਲਕਤ ਨਗਾੜਾ ਹੈ ਖੁਦਾ, ਫਿਰ ਗੱਲ ਮੰਨਣੀ ਪੈਂਦੀ ਹੈ। ਕਿਸਾਨ ਅੰਦੋਲਨ ਨੇ ਸਾਬਤ ਕਰਤਾ ਹੈ। ਰਮਨਿੰਦਰ ਜੀ ਇਹਨਾਂ ਨੇ ਤੁਹਾਨੂੰ ਪੁੱਛਿਆ, ਸੌਰੀ ਟੂ ਬੀ ਇੰਟਰਪਟ, ਇੱਕ ਮਿੰਟ ਕਰ ਦਿਓ ਸਵਾਲ ਇੱਕ ਆ ਜਰੋ। ਹਾਂ ਜੀ, ਤੁਸੀਂ ਵੂਮਨ ਇਨਪਾਵਰਮੈਂਟ ਬਾਰੇ ਅਸੀਂ ਵਿੱਚ ਮੈਂਸ਼ਨ ਕੀਤਾ ਵਿੱਚ ਕਿ 33% हर लड़की या औरत नूं या वुमन नूं पार्टी आपदे वल्लों सीट देवे। असीं संविधानक कानून नहीं बना सकते, पार्लीमेंट का या असैंबलियां दे काम ने। कम से कम पार्टियां नूं तां मजबूर कर सकते हैं कि 33% तां भाई इन्हां नूं दिओ सीटां, और वो जिहियां सीटां ना दिओ जिवें पिंडां च हुंदा है, सरपंच नी विचारी लेडी बनाती ते बंदे दा नां ही चलदा है। इन्हां चीज़ां ते सानूं गौर करना चाहिए। प्लीज रमनिंदर, और उस तो बाद शर्मा जी तुसीं वेख लो जी, जे किसी ने पुछना विच में दीप्ति जी एक second on Ramanujan ji. I have mic and I have next question. Thank you. I have next question. Can you just after this? After her, I'm the next. Okay. Thank you. Thank you. Mic यार ऐसा विमेन एम्पावरमेंट की गल जो है एजेंडा है पढ़ोगे
ਸੈਲਫ ਐਕਸਪਲੇਨੇਟਰੀ ਹੈ। ਮੈਂ ਐਸ ਜਰਨਲਿਸਟ ਦੀ ਗੱਲ ਕਰਨਾ ਚਾਹੁੰਦੀ ਹੈਗੀ ਹਾਂ। ਮੈਂ ਵੀ ਇੱਥੇ ਬੈਠੀ ਰਹੀ ਹਾਂ ਬੜੇ ਸਾਲ, ਔਰ ਅਸੀਂ ਕਿੰਨੇ ਮੁੱਦੇ ਚੱਕੇ ਔਰ ਕਿੰਨੇ ਮੁੱਦੇ ਲੋਕਾਂ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਇਹ ਜਿਹੜੀ ਐਸ ਜਰਨਲਿਸਟ ਜਿਹੜੀ ਤੁਹਾਡੀ ਰਿਸਪੌਂਸਿਬਿਲਿਟੀ ਹੈ, ਮੇਰੀ ਵੀ ਰਿਸਪੌਂਸਿਬਿਲਿਟੀ ਰਹੀ ਹੈ, ਉਹ ਇਹ ਨਹੀਂ ਹੈਗਾ ਸੀ ਆਈ ਐਕਸੈਪਟ ਵੀ ਜਿਹੜੇ ਤੁਹਾਡਾ ਸਕੈਪਟਿਸਿਜ਼ਮ ਹੈ ਜਾਂ ਜੋ ਤੁਸੀਂ ਸਵਾਲ ਪੁੱਛ ਰਹੇ ਹੋ ਜ਼ਰੂਰੀ ਹੈ, ਕਿਉਂਕਿ ਜੋ ਲੋਕ ਸਾਹਮਣੇ ਆਉਂਦੇ ਨੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਚੈੱਕ ਕਰਨੇ ਵੀ ਜ਼ਰੂਰੀ ਹੈਗੇ ਨੇ। ਪਰ ਐਟ ਦ ਸੇਮ ਟਾਈਮ ਮੈਂ ਇਹ ਗੱਲ ਕਹਿਣਾ ਚਾਹਾਂਗੀ, ਜਿਹੜਾ ਮੰਚ ਹੈਗਾ ਹੈ ਉਹ ਉਹੀ ਮੁੱਦੇ ਚੁੱਕ ਰਿਹਾ ਹੈ ਜੋ ਤੁਸੀਂ ਐਜ਼ ਸੋਸਾਇਟੀ we should be asking our politicians and rulers, ਔਰ ਉਹ ਮੁੱਦਿਆਂ ਨੂੰ ਜੇ ਤੁਸੀਂ ਇਹਨਾਂ ਦੇ ਨਾਲ ਪੜ੍ਹੋ, ਇਹਨਾਂ ਦੇ ਨਾਲ ਵਾਕਿਫ ਹੋਵੋ ਔਰ ਤੁਸੀਂ ਇਹਨਾਂ ਦੇ ਨਾਲ ਜੇ ਇਤਫਾਕ ਰੱਖਦੇ ਹੋ ਤੇ we would like all of you to join us, ਔਰ ਸਾਨੂੰ ਸੁਜੈਸ਼ਨਸ ਦਿਓ, ਜੇ ਇਹਨਾਂ 'ਚ ਕੋਈ ਕਮੀ ਪੇਸ਼ੀ ਹੋ ਵੀ ਦੱਸੋ ਸਾਨੂੰ। ਆਓਗੇ ਨਾਲ ਇਕੱਠੇ ਹੋਵਾਂਗੇ। ਕੋਈ ਲਾਲਸਾ ਨਹੀਂ ਇੱਥੇ ਕਿਸੇ ਨੂੰ ਵੀ ਕਿਸੇ ਪਾਵਰ ਸੈਂਟਰ ਬਣਨ ਦੀ ਜਾਂ ਖੁਦ ਪਾਵਰਫੁਲ ਬਣਨ ਦੀ। ਆ ਕੇ ਸਾਡੇ ਨਾਲ ਜੁੜੋ ਔਰ ਸਾਨੂੰ ਹੋਰ ਸੋਸਾਇਟੀ ਨੂੰ ਸ਼ਕਤੀਸ਼ਾਲੀ ਬਣਾਓ, ਤਾਂ ਕਿ ਅਸੀਂ ਐਜ਼ ਸਿਟੀਜ਼ਨਸ ਆਪਣੇ ਰਾਈਟਸ ਵਾਸਤੇ ਲੜ ਸਕੀਏ ਔਰ ਰਾਈਟਸ ਲੈ ਸਕੀਏ। ਉਹਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਹੈਗੇ ਨੇ, ਔਰ ਜਿਵੇਂ ਏਜੰਡੇ ਵਿੱਚ ਗੱਲ ਕੀਤੀ ਹੈ 30% ਐਜ਼ ਜਰਨਲਿਸਟ ਅਸੀਂ ਜਾਣਦੇ ਹੈਗੇ, ਸਾਨੂੰ ਸਾਰਿਆਂ ਨੂੰ ਪਤਾ ਹੈ ਔਰਤਾਂ ਨੂੰ ਪਿੱਛੇ ਰੱਖ ਕੇ ਬੰਦੇ ਅੱਗੇ ਆ ਕੇ ਸਰਪੰਚੀਆਂ ਵੀ ਦਿਖਾਉਂਦੇ ਰਹੇ ਨੇ ਔਰ ਬਾਕੀ ਜਗ੍ਹਾ ਵੀ, ਔਰ ਹੱਸੀ ਵੀ ਆਉਂਦੀ ਸੀ ਔਰ ਰੋਣਾ ਵੀ ਆਉਂਦਾ ਸੀ ਵੀ ਅਸੀਂ ਸਿਰਫ ਲਿਪ ਸਰਵਿਸ ਪੇ ਕਰਦੇ ਰਹੇ ਹਾਂ ਹੁਣ ਤੱਕ। ਕਾਨੂੰਨਾਂ ਨੂੰ ਅਕਾਊਂਟੇਬਿਲਿਟੀ ਮੰਗਣ ਦੀ ਲੋੜ ਹੈਗੀ ਹੈ ਇਸ ਵੇਲੇ ਸੋਸਾਇਟੀ ਵਿੱਚ ਲੀਡਰਾਂ ਤੋਂ, ਔਰ ਉਹ ਅਕਾਊਂਟੇਬਿਲਿਟੀ ਮੰਗਣ ਵਾਸਤੇ ਤੁਸੀਂ ਸਾਰੇ ਸਾਡੇ ਨਾਲ ਜੁੜੋ। ਦਿਸ ਇਜ਼ ਵਾਟ ਵੀ ਵਾਂਟ। ਥੈਂਕ ਯੂ। ਮੇਰਾ ਕੁਐਸਚਨ ਇਹ ਹੈ ਜੀ, ਪਹਿਲਾਂ ਤਾਂ ਮੈਂ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਵੀ ਜਿਹੜੇ ਤੁਸੀਂ ਸਾਨੂੰ ਟੀਚ ਕਰ ਰਹੇ ਹੋਗੇ, ਅਸੀਂ ਸਟੂਡੈਂਟ ਆ, ਤੁਸੀਂ ਟੀਚਰ ਹੋ, ਤੁਹਾਡੇ 13 ਬੰਦੇ ਤੁਸੀਂ ਬੈਠੇ ਹੋਗੇ। ਆਈ ਜਸਟ ਵਾਂਟ ਟੂ ਮੇਕ ਸ਼ੋਰ ਯੂ ਆਲ ਰੀਡ ਦਿਸ ਬੁੱਕ। ਜਿਹਨੇ ਵੀ ਰੀਡ ਨਹੀਂ ਕੀਤੀ, ਕੈਨ ਯੂ ਰੇਜ਼ ਯੂਰ ਹੈਂਡ? ਤੁਸੀਂ ਆਪਣਾ ਹੱਥ ਖੜਾ ਕਰ ਸਕਦੇ ਹੋ ਜੇ ਕਿਸੇ ਨੇ ਨਹੀਂ ਰੀਡ ਕੀਤੀ। ਪਲੀਜ਼ ਸਵਾਲ ਪੁੱਛੋ, ਕੋਈ ਪੜ੍ਹ ਕੇ ਸਾਰੇ ਪੜ੍ਹ ਕੇ ਆਏ। Alright, so let's do it. I will not go out of syllabus, for sure. I'll stay in this book. I'll try my best. ਇਹਦੇ ਵਿੱਚ ਇੱਕ ਤਾਂ ਪ੍ਰੋਨਾਂਸੀਏਸ਼ਨ ਦੀ ਜਿਹੜੀ ਚੀਜ਼ ਹੈ ਜੀ, ਅਸੀਂ ਕਿਸਾਨ ਅੰਦੋਲਨ ਜਿੱਤਿਆ, ਸਾਨੂੰ ਕਿਸੇ ਨੇ ਜਿਤਵਾਇਆ ਨਹੀਂ ਹੈਗਾ, ਅਸੀਂ ਜਿੱਤਿਆ, ਅਸੀਂ ਆਪ ਜਿੱਤਿਆ, ਅਸੀਂ ਉਹਨੂੰ ਲੜਿਆ, ਲੜਵਾਇਆ ਨਹੀਂ ਹੈਗਾ। ਤੇ ਤੁਹਾਡੀ ਬੁੱਕ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਹੈ, ਇਹਦੇ ਵਿੱਚ ਲਿਖਿਆ ਯਕੀਨੀ ਬਣਾਉਣ, ਕੋਈ ਯਕੀਨੀ ਬਣਾਵੇ, ਕਰਵਾਏ ਜਾਣ, ਕੋਈ ਕਰਵਾਵੇ, ਕੀਤਾ ਜਾਵੇ, ਕੋਈ ਕਰਵਾਵੇ, ਕੀਤੀ ਜਾਣੀ ਚਾਹੀਦੀ ਹੈ। ਸੋ ਵੀ ਆਰ ਐਡਰੈਸਿੰਗ ਸਮਬਡੀ, ਆਪਾਂ ਕਿਸੇ ਨੂੰ ਐਡਰੈਸ ਕਰ ਰਹੇ ਹਾਂਗੇ। ਹੂ ਇਜ਼ ਐਡਰੈਸਿੰਗ, ਹੂ ਇਜ਼ ਗੈਟਿੰਗ ਐਡਰੈਸ, ਦੈਟਸ ਨਾਟ ਸ਼ੋਰ। प्लीज एक जल्दी कंक्लूड कर दीजिए। सवाल कंक्लूड कर दीजिए। ओके, मतलब तुम लिखनी की गल है तो मैं दस दिंदा। कोशिश ये है जी, हुण मेरा क्वेश्चन ये है जी, I'm from US, I grew up there। ਰਾਜਾਂ ਨੂੰ ਮਜ਼ਬੂਤ ਕਰਨ ਦੇ ਪੱਖ ਤੋਂ ਫੈਡਰਲਿਜ਼ਮ ਨੂੰ ਅਮਰੀਕਾ ਦੀ ਤਰਜ਼ ਉੱਤੇ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਮੇਰਾ ਕੁਐਸਚਨ ਹੈਗਾ ਜੀ ਰਣਜੀਤ ਬਾਵਾ ਜੀ ਨੂੰ, what is American federalism? अच्छा, मैं एक थोनू इस गल दा जरूर करना चाहूंगा। I will understand that। नहीं वो थोनू दसदा, मैं दसदा पहले इस गल थोनू मैं दसदा, क्योंकि क्वेश्चन नु ਅਸੀਂ क्वेश्चन ना बोलेंगे, लड़ना नु नहीं थोड़ा आ सारे अपने देख रहे हैं। आराम ਨਾਲ सुन लो ना, माइक ਨੂੰ ਮਾੜਾ ਚੱਲੇਗਾ ਨਾ, ਤੁਸੀਂ ਬਹੁਤ ਚਿਰ ਅਸੀਂ ਤੁਹਾਨੂੰ ਬੋਲਣ ਨੂੰ ਮਿਲਦਾ ਆਰਾਮ ਨਾਲ। ਭਾਜੀ क्वेश्चन ਨੂੰ ਹੋਣਾ ਚਾਹੀਦਾ, ਪਹਿਲਾਂ ਤਾਂ ਉਹ ਮਰਿਆਦਾ ਹੋਣੀ ਚਾਹੀਦੀ ਹੈ, ਲੜਨਾ ਨੂੰ ਨਹੀਂ। ਇਹ ਲਿਖਿਆ ਕਿ ਮੈਂ ਤੁਹਾਨੂੰ ਦੱਸਦਾ ਕੋਈ ਲਿਖਿਆ ਤੂੰ ਕੁਝ ਉਹ ਕਾਲੇ ਤੋਂ ਸੁਣ ਵੀ ਲਈ ਹੁੰਦੀ ਗੱਲ ਹੈ ਨਾ, ਬੋਲਣ ਚ ਨਹੀਂ ਇੰਟਰਸਟ। ਆਪਾਂ ਪ੍ਰੋਬਲਮ ਆਇਆ ਕਿ ਸਾਡਾ ਮੂੰਹ ਇੱਕ ਕੰਨ ਦੋ ਹੈ, ਬਟ ਅਸੀਂ ਬੋਲਣ ਚ ਜ਼ਿਆਦਾ ਇੰਟਰਸਟਡ ਹੁੰਦੇ ਹਾਂ। ਕਰਾਇਆ ਜਾਵੇ ਇਸ ਲਈ ਕਿ ਅਸੀਂ ਅਥਾਰਟੀ ਨਹੀਂ ਗਏ, ਅਸੀਂ ਕੁਐਸਚਨ ਕਰ ਰਹੇ ਹਾਂ, ਅਸੀਂ ਡਿਮਾਂਡ ਕਰ ਰਹੇ ਹਾਂ। ਉੱਥੇ ਇਹ ਨਹੀਂ ਕਿਹਾ ਜਾਂਦਾ ਅਸੀਂ ਕਰਾਂਗੇ। ਅਸੀਂ ਕੋਈ ਮੁੱਖ ਮੰਤਰੀ ਨਹੀਂ ਬੈਠਾ ਸਾਡੇ ਚ, ਅਸੀਂ ਮੁੱਖ ਮੰਤਰੀ ਨਹੀਂ ਕਿ ਅਸੀਂ ਕਹੀਏ ਅਸੀਂ ਕਰਾਂਗੇ। ਜਿੱਥੇ ਕਰਾਂਗੇ ਵਾਲੀ ਗੱਲ ਆ, ਉਹ ਚ ਅਸੀਂ ਸਟੇਟ ਸੈਂਟਰ ਇੰਟਰਨੈਸ਼ਨਲ ਉਹਨਾਂ ਨੂੰ ਡਿਵਾਈਡ ਵੀ ਕੀਤਾ ਕਿ ਕਿਹੜੀ ਚੀਜ਼ ਸਟੇਟ ਕਰ ਸਕਦੀ ਹੈ, ਕਿਹੜੀ ਪਾਰਲੀਮੈਂਟ ਕਰ ਸਕਦੀ ਹੈ, ਔਰ ਜਿਹਦੀ ਅਸੀਂ ਗੱਲ ਇੰਟਰਨੈਸ਼ਨਲੀ ਭੁੱਲ ਗਏ।
ਬੋਲੀਆਂ ਨੂੰ ਬੋਲੀਏ ਕਹੂਗਾ ਨਾ, ਅਸੀਂ ਟਰੰਪ ਤਾਂ ਨਹੀਂ ਬਣ ਸਕਦੇ, ਹੈ ਨਾ ਜੀ। ਇਸ ਲਈ ਇਹ ਸ਼ਬਦ ਲਿਖੇ ਗਏ ਨੇ ਕਿ ਆ ਕਰਵਾਉਣਾ ਹੈ, ਚਾਹੇ ਕੀਤਾ ਜਾਵੇ। ਕਿਤੇ ਉਹ ਇਲੈਕਸ਼ਨ ਕਮਿਸ਼ਨ ਹੈ, ਉਹ ਐਕਟ ਉਹਨੇ ਬਣਾਉਣਾ, ਕਿਤੇ ਸੈਂਟਰ ਗਵਰਨਮੈਂਟ ਹੈ, ਕਿਤੇ ਪੰਜਾਬ ਗਵਰਨਮੈਂਟ ਹੈ। ਅਸੀਂ ਪ੍ਰੈਸ਼ਰ ਪਾਵਾਂਗੇ, ਪਰ ਕਵਾਂਗੇ ਤਾਂ ਉਹਨਾਂ ਨੂੰ ਹੀ ਨਾ। ਹੁਣ ਮੈਂ ਤੁਹਾਨੂੰ ਕਹਾਂ ਮੈਂ ਲਾ ਦੂੰਗਾ ਤੁਹਾਡੇ ਗੱਲ ਚੋਂ ਸਕਾਫ, ਹੀ ਨਹੀਂ, ਮੈਂ ਤੁਹਾਨੂੰ ਕਹੂੰਗਾ ਲਾਇਆ ਜਾਵੇ, ਆਹੀ ਕਹਿ ਸਕਦਾ ਨਾ। ਸੋ ਇਹ ਲਿਖਣ ਦੇ ਪਿੱਛੇ ਇਹ ਹੈ, ਇਹ ਵਜ੍ਹਾ। ਹੁਣ ਰਹੀ ਗੱਲ ਦੂਸਰੀ, ਕਿਉਂਕਿ ਆਪਾਂ ਸਾਡਾ ਹੁਣ ਤੁਸੀਂ ਅਮਰੀਕਾ ਵਾਲੀ ਗੱਲ ਪੁੱਛੀ ਹੈ। ਫੈਡਰਲਿਜ਼ਮ ਅਸੀਂ ਅਮਰੀਕਾ ਦਾ ਨਹੀਂ ਕਿਹਾ, ਕੀ ਹੈ, ਅਸੀਂ ਸਿਰਫ ਇੰਨਾ ਕਿਹਾ ਕਿ ਉੱਥੇ 4 ਰਾਈਟਸ ਤੋਂ ਇਲਾਵਾ ਬਾਕੀ ਅਧਿਕਾਰ ਸਟੇਟਾਂ ਕੋਲੇ ਨੇ। ਇਹ ਸਾਡਾ ਇੱਕ ਅਗਲਾ ਦੂਰ ਦਾ ਨਿਸ਼ਾਨਾ ਹੈ ਕਿ ਅਸੀਂ ਇਹੋ ਜਿਹੇ ਵੱਲ ਵਧੀਏ, ਕਿਉਂਕਿ ਸਾਡੀ ਜਿਹੜੀ ਵੰਨ-ਸਵੰਨਤਾ ਹੈ ਸਟੇਟਾਂ 'ਚ, ਲੋਕਾਂ 'ਚ, ਉਹਨਾਂ ਦੇ ਰਹਿਣ ਤਰੀਕੇ 'ਚ, ਉਹਦੇ 'ਚ ਜੇ ਅਸੀਂ ਸਟੇਟ ਨੂੰ ਅਧਿਕਾਰ ਦੇਵਾਂਗੇ ਕਿ ਉਹ ਆਪਦੇ ਲੋਕਾਂ ਬਾਰੇ ਫੈਸਲਾ ਕਰੇ। ਕੇਰਲਾ, ਮਹਾਰਾਸ਼ਟਰ, ਪੰਜਾਬ ਇੱਕੋ ਤਰ੍ਹਾਂ ਨਹੀਂ ਸੋਚ ਸਕਦੇ। ਸਾਡੇ ਸੁਭਾਅ ਅਲੱਗ ਨੇ, ਸਾਡੇ ਤੌਰ ਤਰੀਕੇ ਅਲੱਗ ਨੇ, ਉੱਥੋਂ ਦੇ ਅਲੱਗ ਨੇ। ਤਾਂ ਇੱਕ ਅਮਰੀਕਾ ਦਾ ਸਿਰਫ ਇੱਕ ਬੋਲ ਕੇ ਕਿ ਲੋਕਾਂ ਨੂੰ ਸਮਝ ਜਲਦੀ ਆ ਜਾਏ, ਅਧਿਕਾਰ ਜ਼ਿਆਦਾ ਸਟੇਟਾਂ ਨੂੰ ਦਿੱਤੇ ਜਾਣੇ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੈ ਨਾ ਜੀ। ਆਪ ਪਲੀਜ਼ ਡਾਇਲੌਗ 'ਚ ਨਹੀਂ ਆਪਾਂ ਜਾਂਦੇ, ਆਪਾਂ ਡਾਇਲੌਗ 'ਚ ਨਾ ਜਾਈਏ। ਤੁਸੀਂ ਗੁਲਪਨਾਗ ਜੀ ਭਾਜੀ ਅੱਛਾ ਆਏ ਕਿ ਸਰ ਤੁਸੀਂ ਆਪਾਂ ਇੰਟਰਵਿਊ ਨਹੀਂ ਕਰ ਰਹੇ, ਤੁਸੀਂ ਬਾਅਦ 'ਚ ਕੱਲਿਆਂ ਨੂੰ ਪੁੱਛ ਲਿਓ, ਮੈਂ ਆਰਾਮ ਨਾਲ ਪੁੱਛ ਲਿਓ ਜੀ। ਮੈਂ ਭਾਜੀ ਆਪ ਦੀ ਬਕੀ ਪਲੀਜ਼ ਤੁਸੀਂ। ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਸਾਨੂੰ ਵੀ ਸਮਾਜ ਦੇ ਵਿੱਚ ਵਿਚਰਨਾ ਆਉਣਾ ਚਾਹੀਦਾ। ਅੱਜ ਅਸੀਂ ਪੱਤਰਕਾਰ ਮਿਲਣੀ ਸੱਦੀ ਸੀ, ਨਾ ਕਿ ਖੁੱਲਾ ਰੂਬਰੂ ਸੱਦਿਆ ਸੀ। ਸੋ ਇਸ ਲਈ ਜਿਹੜੇ ਸਾਥੀ, ਮੈਨੂੰ ਚੰਗਾ ਲੱਗਿਆ ਸਾਥੀਆਂ ਵੱਲੋਂ ਸਵਾਲ ਆ ਰਹੇ ਨੇ, ਇਧਰੋਂ ਵੀ ਸਵਾਲ ਆ ਰਹੇ ਨੇ। ਸੋ ਜਿਹੜਾ ਵੀ ਇਸ ਧਿਰ ਨਾਲ ਜੁੜਨਾ ਚਾਹੁੰਦਾ, ਅੱਜ ਬਾਬਾ ਜੀ ਨੂੰ ਤੁਸੀਂ ਸਵਾਲ ਕਰ ਰਹੇ ਹੋ, ਬਾਬਾ ਜੀ ਨੂੰ ਅਸੀਂ ਅੱਜੇ ਨਾਲ ਬਿਠਾਇਆ ਜਾ ਕੇ ਹੁਣ ਕੈਪੇਬਲ ਟੂ ਆਨਸਰ ਐਵਰੀਥਿੰਗ। ਸੋ ਇਸ ਲਈ ਤੁਸੀਂ ਸਾਡੇ ਨਾਲ ਜੁੜੋਗੇ, ਸਾਨੂੰ ਚੰਗਾ ਲੱਗੇਗਾ। ਪਰ ਆਪਾਂ ਅੱਜ ਸਵਾਲ ਪੱਤਰਕਾਰਾਂ ਨੂੰ ਰੱਖੇ। ਦੂਸਰੀ ਗੱਲ, ਜਿਹੜਾ ਤੁਹਾਡੇ ਸਵਾਲ ਨੇ ਜਾਇਜ਼ ਨੇ, ਪਰ ਜਿੱਥੋਂ ਤੱਕ ਮਸਲਾ ਇਹ ਖੜਾ ਕਿ ਅਸੀਂ ਸਰਕਾਰ ਬਣਾਉਣ ਨਹੀਂ ਜਾ ਰਹੇ, ਪਰ ਜਿਹੜਾ ਤੁਸੀਂ ਸਾਤੋਂ ਸਵਾਲ ਕਰ ਰਹੇ ਹੋ ਤੁਹਾਡਾ ਫਿਕਰਮੰਦੀ ਝਲਕਦੀ ਹੈ। ਪਰ ਮੈਂ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਰਿਲੀਜ਼ ਕੀਤਾ ਗਿਆ ਯੂਜ਼ ਦਾ ਪੰਜਾਬ, ਅਸੀਂ ਤੁਹਾਡੇ ਆਪਣੇ ਪੱਤਰਕਾਰ ਭਾਈਚਾਰੇ ਸਾਹਮਣੇ ਇਹ ਰੱਖ ਦਿੱਤਾ। ਹੁਣ ਸਵਾਲ ਰਾਜਨੀਤਿਕ ਪਾਰਟੀਆਂ ਨੂੰ ਹੋਣੇ ਚਾਹੀਦੇ ਨੇ। ਹੁਣ ਸਵਾਲ ਜਿਹੜੇ ਚੋਣਾਂ ਜਿੱਤਣ ਦੀ ਇੱਛਾ ਰੱਖਦੇ ਨੇ, ਮੰਤਰੀ ਬਣਨ ਦੀ ਇੱਛਾ ਰੱਖਦੇ ਨੇ, ਪਾਲੇ ਬਦਲਣ ਲਈ ਤਿਆਰ ਨੇ, 4-4 ਵਾਰ ਪਾਰਟੀਆਂ ਬਦਲ ਗਏ, ਹੁਣ ਸਵਾਲ ਉਹਨਾਂ ਨੂੰ ਹੋਣੇ ਚਾਹੀਦੇ ਨੇ। ਜਿਹੜਾ ਮਾਂ ਦਾ ਪੁੱਤ ਹੋਊਗਾ ਨਿੱਤਰ ਕੇ ਆਵੇ, ਫਿਰ ਪੁੱਛਾਂਗੇ ਉਹਨੂੰ। ਇਸ ਲਈ ਉਧਰ ਵਾਲੇ ਪਾਸੇ ਨੂੰ ਸਵਾਲ ਕਰਨ ਦੀ ਵੀ ਆਪਾਂ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਇਸ ਅੰਦੋਲਨ ਨੇ ਸਾਨੂੰ ਚੇਤਨ ਕੀਤਾ ਕਿ ਪਿੰਡ 'ਚ ਜਿਹੜਾ ਬੰਦਾ ਸਰਪੰਚ ਨੂੰ ਵੀ ਸਵਾਲ ਕਰਨ ਤੋਂ ਝਿਜਕਦਾ ਸੀ, ਉਹ ਅੱਜ ਸਾਬਕਾ ਮੁੱਖ ਮੰਤਰੀਆਂ ਐਮਐਲਏ ਨੂੰ ਵੀ ਸਵਾਲ ਕਰਨ ਲੱਗਿਆ। ਸੋ ਇਹ ਚੰਗੀ ਗੱਲ ਹੈ, ਸਵਾਲ ਹੋਣੇ ਚਾਹੀਦੇ ਨੇ। ਪਰ ਜਿਹੜੇ ਸਾਡੇ ਅੱਜ ਮਹਿਮਾਨ ਨੇ, ਉਹ ਸਾਡੇ ਇਹਨਾਂ ਸਾਥੀਆਂ ਨਾਲ ਬਾਅਦ ਚੋਂ ਬੈਠ ਕੇ ਆਪਾਂ ਵਿਚਾਰਾ ਕਰ ਸਕਦੇ ਹਾਂ। ਜੁੜੋ ਸਾਡੇ ਨਾਲ, ਚੰਗਾ ਲੱਗੇਗਾ। ਔਰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਮੇਰਾ ਕੱਲ 1 to 1 ਹੋਣਾ, ਸਮਾਂ ਕਾਫੀ ਹੋ ਗਿਆ ਭਾਜੀ ਆਪਾਂ ਨੂੰ। ਜੀ ਭਾਜੀ ਅਮਤੋਜ ਭਾਜੀ, ਹਾਂਜੀ ਬਸ ਆਪਾਂ ਮਿਲਦੇ ਹਾਂ। ਬਾਕੀ ਆਪਾਂ ਖਾਣੇ ਤੇ ਵੀ ਕਰ ਸਕਦੇ ਹਾਂ, ਆਪਾਂ ਮਿਲਦੇ ਹਾਂ। ਇੱਕ ਸਰ ਰੋਟੀ ਵੀ ਲੱਗੀ ਹੋਈ ਆ, ਆਪਾਂ ਦੀਪਕ ਕਰ ਵੀ ਰਹੇ ਇੱਕ ਸਵਾਲ ਦੀਪਕ, ਇੱਕ ਸਵਾਲ ਸੀ, ਇੱਕ ਸਵਾਲ ਕਿਤੇ ਇੱਧਰ ਅੱਛਾ ਜੀ ਹਾਂ। ਜਿਹੜਾ ਪ੍ਰੈਸ਼ਰ ਗਰੁੱਪ ਦਾ ਫਨੋਮਨਾ ਇਹ ਵੈਸਟ ਸ਼ੁਰੂ ਹੁੰਦਾ, ਤਾਂ ਵੈਸਟ ਦੀ ਡੈਮੋਕ੍ਰੇਸੀ ਨੂੰ ਬੜੀ ਮੈਚੁਰ ਜਾਂ ਉੱਥੇ ਬਲੈਕ ਮੂਵਮੈਂਟ ਹੁੰਦੀ ਹੈ, ਰਿਸਪੌਂਡ ਕਰਦਾ ਸਿਸਟਮ। ਔਰ ਸਾਡੇ ਇੱਥੇ ਬੜੀ ਇਮੈਚੁਰ ਡੈਮੋਕ੍ਰੇਸੀ ਕਿਹਾ ਜਾਂਦਾ ਇੰਡੀਆ ਨੂੰ। ਪ੍ਰੈਸ਼ਰ ਗਰੁੱਪ ਦੇ ਫਨੋਮਨੇ ਉਹਨਾਂ ਮੁਲਕਾਂ 'ਚ ਕੰਮ ਵੀ ਕੀਤੇ ਇੱਕ ਹੱਦ ਤੱਕ, ਉੱਥੋਂ ਇਹ ਫਨੋਮਨੇ ਜਨਮ ਲੈਂਦੇ ਨੇ। ਪੰਜਾਬ ਦੇ ਅੰਦਰ ਬਹੁਤ ਸਾਰੀਆਂ ਲਹਿਰਾਂ ਰਹੀਆਂ ਨੇ ਪਿਛਲੇ 7-8 ਸਾਲ, ਜਿਨ੍ਹਾਂ ਦੇ ਨਾਲ ਸਾਡੀ ਅਸਹਿਮਤੀ ਹੋ ਸਕਦੀ ਹੈ, ਜਿਨ੍ਹਾਂ ਨੇ ਉਹ ਏਜੰਡੇ ਪ੍ਰੈਸ਼ਰ ਗਰੁੱਪ ਤੋਂ ਅੱਗੇ ਇੱਕ ਏਜੰਡੇ ਨੂੰ ਲਿਆ ਕੇ ਆਪਣੀ ਗੱਲ ਤੇ ਗੱਲ ਕੀਤੀ। ਜੀ ਫੈਡਰਲਿਜ਼ਮ ਦੀ ਗੱਲ ਕੀਤੀ, ਜਿਵੇਂ ਅਨੰਦਪੁਰ ਦੇ ਮਤੇ ਦੀ ਗੱਲ ਕਰਨਾ। ਸਾਡੀ ਸਟੇਟ ਨੂੰ ਬੜੀ ਬੇਕਰਕ ਕਿਹਾ ਜਾਂਦਾ, ਸਾਡੇ ਸਿਸਟਮ ਨੂੰ ਬੜਾ ਬੇਕਰਕ ਕਿਹਾ ਜਾਂਦਾ, ਇੱਥੋਂ ਦੇ ਪੋਲੀਟੀਕਲ ਸਿਸਟਮ ਨੂੰ ਬੜਾ ਬੇਕਰਕ ਸਿਸਟਮ ਕਿਹਾ ਜਾਂਦਾ। ਤੁਹਾਨੂੰ ਐ ਕਿਉਂ ਲੱਗਦਾ ਕਿ ਪ੍ਰੈਸ਼ਰ ਗਰੁੱਪ ਦੇ ਨਾਲ ਇੱਥੋਂ ਦੀ ਜਿਹੜੀ ਸਿਆਸਤ ਆ ਜਾਂ ਇਹ ਜਿਹੜੀਆਂ ਪਾਰਟੀਆਂ ਨੇ ਜਾਂ ਜਿਹੜਾ ਸਿਸਟਮ ਤੁਸੀਂ ਕਹਿੰਦੇ ਹੋ ਪ੍ਰੈਸ਼ਰ ਗਰੁੱਪ ਦੇ ਨਾਲ, ਜੇ ਮੈਂ ਕਹਿੰਦਾ ਕਿ ਵੈਸਟ ਦੇ ਅੰਦਰ ਇਹ ਹੋਇਆ, ਉੱਥੇ ਕੁਝ ਵੀ ਹੁੰਦਾ ਹੈਗਾ ਰਿਸਪੌਂਡ ਕੀਤੇ ਹੁੰਦੀਆਂ ਨੇ। ਇੱਥੇ ਪੰਜਾਬ ਦੇ ਅੰਦਰ ਹੀ ਇੰਨੀਆਂ ਲਹਿਰਾਂ ਨੇ ਪਿਛਲੇ 50 ਸਾਲਾਂ ਦੇ ਅੰਦਰ, 2-3 ਲਹਿਰਾਂ ਤਾਂ ਹੈਗੀਆਂ ਨੇ, ਜਿਨ੍ਹਾਂ ਨੂੰ ਕਦੇ ਉਸ ਏਜੰਡੇ ਨੂੰ ਰਿਸਪੌਂਡ ਹੀ ਨਹੀਂ ਕੀਤਾ ਗਿਆ। ਪਾਰਲੀਮੈਂਟ 'ਚ ਰਿਸਪੌਂਡ ਕਰਕੇ ਵੀ ਚੀਜ਼ਾਂ ਦੇ ਉੱਤੋਂ ਮਨਾ ਕਰ ਦਿੱਤਾ ਗਿਆ, ਜਿਹਦੇ ਸਾਹਮਣੇ ਰਾਜੀਵ ਲੌਂਗੋਵਾਲ ਸਮਝੌਤਾ ਵੀ ਆ। ਉਹ ਮੈਂ ਤਾਂ ਹੀ ਕਹਿੰਦਾ ਉਹਦੇ ਪੱਖ ਤਮਾਮ ਹੋ ਸਕਦੇ, ਪਰਸਪੈਕਟਿਵ ਵੱਖਰੇ ਹੋ ਸਕਦੇ। ਤੁਹਾਨੂੰ ਕਿਉਂ ਲੱਗਦਾ ਕਿ ਪ੍ਰੈਸ਼ਰ ਗਰੁੱਪ ਦੇ ਨਾਲ ਰਾਜਨੀਤੀ ਬਦਲ ਸਕਦੀ? ਅਸਲ 'ਚ ਜਿਹੜਾ ਯੂਰਪ ਦੇ ਵਿੱਚ ਵੀ ਹੋਇਆ ਨਾ, ਉਹ ਵੀ ਪਹਿਲੇ ਦਿਨ ਨਹੀਂ ਹੋਇਆ। ਫਰਾਂਸ ਤੇ ਬਰਤਾਨੀਆ 400 ਸਾਲ ਲੜੇ ਨੇ, ਸਿਰ ਵੱਡੇ ਨੇ ਲੋਕਾਂ ਦੇ, ਅਸੀਂ ਉਹਨੇ ਵੱਡੇ ਨਹੀਂ ਹੈਗੇ।
ਉਦੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਬੈਠ ਕੇ ਗੱਲ ਕਰਨ ਦੀ ਲੋੜ ਹੈ। ਇੱਥੋਂ ਵੀ ਕਿਤੋਂ ਸਟਾਰਟ ਕਰਨੀ ਪਏਗੀ, ਡੈਮੋਕ੍ਰੇਸੀ ਮੈਚਿਓਰ ਵੀ ਕਰਨੀ ਪਏਗੀ। ਇਹ ਨਹੀਂ ਕਿ ਜੇ ਸਾਡੇ ਮੈਚਿਓਰ ਨਹੀਂ ਤਾਂ ਉਹਨੂੰ ਮੈਚਿਓਰ ਕਰਨ ਵੱਲ ਕਦਮ ਨਾ ਉਠਾਇਆ ਜਾਏ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਸਿਵਲ ਸੁਸਾਇਟੀ ਜੁੜਦੇ ਹੋ ਤੇ ਡਿਫਰੈਂਟ ਲੋਕਾਂ ਨਾਲ ਜੁੜਦੇ ਹੋ, ਸ਼ੁਰੂ ਕਰਦੇ ਹੋ ਕੋਈ ਗੱਲ, ਤਾਂ ਉਹ ਸ਼ੁਰੂਆਤ ਹੁੰਦੀ ਹੈ। ਪਹਿਲਾਂ ਜਿਹੜੇ ਮੋਰਚੇ ਲੜੇ ਗਏ ਉਹ ਪੋਲੀਟੀਕਲ ਧਿਰਾਂ ਵੱਲੋਂ ਲੜੇ ਗਏ ਨੇ ਬੇਸਿਕਲੀ। ਜੇ ਅਨੰਦਪੁਰ ਸਾਹਿਬ ਦਾ ਮਤਾ ਉਹ ਇੱਕ ਅਕਾਲੀ ਦਲ ਦੀ ਧਿਰ ਵੱਲੋਂ, ਇਹ ਨਹੀਂ ਕਿ ਉਹਦੀ ਗੱਲ ਨਹੀਂ ਚੱਲੀ, ਉਹਨੇ ਮਜਬੂਰ ਕੀਤਾ ਕਿ ਸਰਕਾਰੀਆ ਕਮਿਸ਼ਨ ਵਾਲੇ ਫੈਡਰਲਿਜ਼ਮ ਤੇ, ਉਹਨੇ ਮਜਬੂਰ ਕੀਤਾ ਕਿ ਪੁੰਛੀ ਕਮਿਸ਼ਨ ਵਾਲੇ ਫੈਡਰਲਿਜ਼ਮ ਤੇ। ਉਹਨਾਂ ਦੀਆਂ ਵੱਡੀਆਂ ਰਿਪੋਰਟਾਂ ਪਈਆਂ ਨੇ, ਸਾਰੀਆਂ ਇੰਟਰਨੈਟ ਤੇ ਅਵੇਲੇਬਲ ਨੇ। ਉਹ ਅਲੱਗ ਗੱਲ ਹੈ ਕਿ ਉਹ ਕੰਟੀਨਿਊ ਨਹੀਂ ਰਿਹਾ ਏਜੰਡਾ, ਕਿਉਂਕਿ ਇੱਕ ਗੱਲ ਹੋ ਗਈ ਉਹਦੇ 'ਚ ਆ ਕੇ ਕਿ ਉਹਨੂੰ ਇੱਕ ਧਰਮ ਨਾਲ ਜੋੜਤਾ, ਆਈਸੋਲੇਟ ਕਰਤਾ, ਇੱਕ ਤਸ਼ੱਦਦ ਕੀਤਾ ਇੱਕ ਉਹਦੇ ਤੇ। ਜੇ ਇਹ ਫੈਡਰਲ ਸਟਰਕਚਰ ਦਾ ਏਜੰਡਾ ਕਾਮਨ ਹੁੰਦਾ ਦੇਸ਼ ਦਾ, ਸਾਰੇ ਰਾਜਾਂ ਨੂੰ ਇਹ ਲੱਗੇ, ਅਹਿਸਾਸ ਹੋਏ, ਉੱਥੇ ਚੇਤਨਤਾ ਆਏ ਕਿ ਸਾਡਾ ਸਾਂਝਾ ਹੈ। ਜਿਵੇਂ ਅੱਜ ਕੱਲ੍ਹ ਮਮਤਾ ਵੀ ਕਹਿ ਰਹੀ ਹੈ, ਨੀਟ ਦਾ ਉਹਨਾਂ ਨੇ ਡੀਐਮਕੇ ਦੇ ਜਾ ਕੇ ਇੱਕ ਬਿੱਲ ਬਣਾਤਾ ਆਪਣੀ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਸਾਡਾ ਸਟੇਟ ਦਾ ਹੋਣਾ ਚਾਹੀਦਾ। ਇੱਕ ਮਾਹੌਲ ਜਿਹੋ ਜਿਹਾ ਬਣ ਰਿਹਾ ਤੇ ਉਹ ਮਾਹੌਲ ਨੂੰ ਰਿਸਪੌਂਡ ਕਰਨਾ ਬੜਾ ਜ਼ਰੂਰੀ ਚੀਜ਼ ਹੁੰਦੀ ਹੈ ਐਟ ਪ੍ਰੈਜ਼ੈਂਟ ਉਸ ਪੱਧਰ ਦੇ ਉੱਤੇ। ਇਸ ਕਰਕੇ ਇਹ ਜ਼ਰੂਰੀ ਇੱਕ ਸ਼ੁਰੂਆਤ ਹੈ। ਮਤਲਬ ਸਾਡੇ ਸਿਵਲ ਸੁਸਾਇਟੀ ਮਿਸਿੰਗ ਹੈ, ਮੈਨੂੰ ਲੱਗਦਾ ਸਾਡੇ ਹੋਈ ਹੋ ਨਹੀਂ ਕਦੇ ਉਸ ਲੈਵਲ ਦੀ। ਸਾਡੀ ਸਿਵਲ ਸੁਸਾਇਟੀ ਦਾ ਵੱਡਾ ਗਰੁੱਪ ਹੈ ਜੇ ਉਸ ਢਾਂਚੇ 'ਚੋਂ ਆਪਣਾ ਹਿੱਤ ਨੋਚਦਾ ਸੀ। ਇਸੇ ਕਰਕੇ ਜਿਨ੍ਹਾਂ ਨੇ ਮਾੜਾ ਮੋਟਾ ਕੀਤਾ, ਕਿਤੇ ਥੋੜੀ ਜਿਹੀ ਪੋਸਟ ਲੈ ਲਈ, ਕਿਤੇ ਮਾੜਾ ਮੋਟਾ ਕੁਝ ਕਰ ਲਿਆ, ਤੇ ਸਿਵਲ ਸੁਸਾਇਟੀ ਅਸਲ 'ਚ ਬਣਾਉਣੀ ਹੈ, ਉਹ ਅਜੇ ਸ਼ੁਰੂਆਤ ਕਰਨੀ ਹੈ। ਜਦੋਂ ਸਾਰੇ ਲੋਕ ਜੁੜਦੇ ਨੇ, ਜਿਹੜੇ ਗਾਇਕਾਂ ਦੀ ਗੱਲ ਜਾਂ ਉਹ ਵੀ ਸਵਾਲ ਆਇਆ ਸੀ, ਮੈਂ ਤਾਂ ਕਿਹਾ ਵੈਸਟ ਦੇ ਵੱਡੇ ਤੋਂ ਵੱਡੇ ਚਾਹੇ ਪਾਪ ਗਾਇਕ ਹੈ, ਚਾਹੇ ਉਹ ਹਰ ਅੰਦੋਲਨ 'ਚ ਇਨਵੋਲਵ ਹੁੰਦਾ ਆ ਕੇ। ਜਦੋਂ ਰਿਹਾਨਾ ਟਵੀਟ ਕਰਦੀ ਹੈ ਇਸ ਕਿਸਾਨ ਅੰਦੋਲਨ ਤੇ ਅਮਰੀਕਾ ਦੀ, ਉਹਦਾ ਇੱਥੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਸਾਰੇ ਕਿਤੇ ਜਦੋਂ ਜੁੜਦੇ ਨੇ ਲੋਕ, ਤਾਂ ਉਹ ਬੰਦਾ ਵੀ ਬਦਲਦਾ ਤੇ ਬੰਦੇ ਦੀ ਸੋਚ ਵੀ ਬਦਲਦੀ ਹੈ ਤੇ ਸਾਰੇ ਸੂਬਿਆਂ ਦੇ ਲੋਕ ਆਉਂਦੇ ਨੇ। ਇਸ ਕਰਕੇ ਸਟਰਕਚਰਲ ਚੀਜ਼ ਦੀ ਲੋੜ ਹੈ, ਇਹਦੀ ਸ਼ੁਰੂਆਤ ਦੀ ਲੋੜ ਹੈ। ਉਹਨੂੰ ਛੱਡ ਕੇ ਅਕਾਲੀ ਦਲ ਛੱਡ ਗਿਆ ਜਦੋਂ 96 ਦੇ ਵਿੱਚ ਬੀਜੇਪੀ ਨੂੰ ਅਨਕੰਡੀਸ਼ਨਲ ਸਪੋਰਟ ਦੇਤੀ, ਉਦੋਂ ਬਾਅਦ ਫੈਡਰਲਿਜ਼ਮ ਦਾ ਸਾਡਾ ਮੁੱਦਾ ਮਰ ਗਿਆ, ਉਹਦੇ ਤੇ ਚਰਚਾ ਵੀ ਬੰਦ ਹੋ ਗਈ। ਨਵੇਂ ਸਿਰੇ ਇਹਦੇ ਤੇ ਚਰਚਾ ਦੀ ਲੋੜ ਹੈ। ਮੈਨੂੰ ਲੱਗਦਾ ਫੈਡਰਲਿਜ਼ਮ 'ਚ ਤੁਸੀਂ ਜੇ